सत श्री अकाल जी। स्वागत है तुहाडा साडे प्लेटफॉर्म पटियाला क्लासिस ते। सो अज असी एक बहुत इंपॉर्टेंट टॉपिक शुरू करन जा रहे हैं, स्पैशली उन्हां बच्चों वास्ते जिन्हां नूं मैथ च बहुत ज़्यादा डर लगता है। देखो, मैथ एक अजिहा सबजैक्ट आ जिहदे तो सानूं असी कह सकते हैं कि उदों तक सानूं डर लगता जदों तक सानूं बिल्कुल इहदियां मुੱਢਲੀ जानकारी जिन्हों आपां बेसिक इनफॉर्मेशन कह दिंदे आ ना होवे। ਤੁਸੀਂ ਇਸ ਸਾਡੀ ਵੀਡੀਓ ਨੂੰ ਕਿਹੜੇ ਪੇਪਰ ਦੀ ਤਿਆਰੀ ਵਾਸਤੇ ਵਰਤ ਸਕਦੇ ਹੋ ਤੇ ਸਪੈਸ਼ਲੀ ਕਿੰਨਾਂ ਵਾਸਤੇ ਇਹ ਵੀਡੀਓ ਬਣਾਈ ਗਈ ਹੈ। ਪੰਜਾਬ ਦੇ ਵਿੱਚ ਇੱਕ ਕਾਂਸਟੇਬਲ ਤੋਂ ਹੌਲਦਾਰ ਦੀ ਪ੍ਰਮੋਸ਼ਨ ਵਾਸਤੇ ਪੇਪਰ ਹੁੰਦਾ ਹੈ BPT, ਜਿਹਦਾ ਕਿ ਸਾਡੀ ਪਟਿਆਲਾ ਕਲਾਸਿਸ ਐਪ ਤੇ ਸਪੈਸ਼ਲ ਜੋ ਕੋਰਸ ਚੱਲ ਰਿਹਾ ਹੈ ਉਹਦੇ 'ਚ ਮੈਥ ਦਾ ਤਕਰੀਬਨ 10 ਨੰਬਰ ਦਾ ਕੰਟੈਂਟ ਪੇਪਰ 'ਚ ਆਉਂਦਾ ਹੈ ਤੇ ਉਹ ਡਿਸਾਈਡਿੰਗ ਫੈਕਟਰ ਹੁੰਦਾ ਹੈ। ਤੇ ਇਸ ਤੋਂ ਬਿਨਾ ਜਿਹੜੇ ਬੱਚੇ ਕਾਂਸਟੇਬਲ ਦੇ ਪੇਪਰ ਦੀ ਤਿਆਰੀ ਕਰਦੇ ਆ ਜਾਂ ਪੰਜਾਬ ਦੇ ਹੋਰ ਪੇਪਰਾਂ ਦੀ ਤਿਆਰੀ ਕਰਦੇ ਆ ਜਿਨ੍ਹਾਂ ਦਾ ਮੈਥ ਬਹੁਤ ਕਮਜ਼ੋਰ ਹੁੰਦਾ ਹੈ, ਬਿਲਕੁਲ ਜਿਨ੍ਹਾਂ ਨੂੰ ਮੈਥ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਗੀ, ਉਹ ਵੀ ਇਹਨਾਂ ਵੀਡੀਓਜ਼ ਨੂੰ ਦੇਖ ਕੇ ਆਪਣੇ ਮੈਥ ਨੂੰ ਸਟਰੋਂਗ ਕਰ ਸਕਦੇ ਆ। ਪਟਿਆਲਾ ਕਲਾਸਿਸ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਤੁਸੀਂ 7708 00072 ਨੰਬਰ 'ਤੇ ਕਾਲ ਕਰ ਸਕਦੇ ਹੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਉਹਨਾਂ ਐਕਸਪੀਰੀਅੰਸ ਤੱਕ ਤਾਂ ਜ਼ਰੂਰ ਪਹੁੰਚਾਓ ਜਿਨ੍ਹਾਂ ਨੂੰ ਮੈਥ ਬਹੁਤ ਔਖਾ ਲੱਗਦਾ ਹੈ। ਤੁਸੀਂ ਜ਼ਿਆਦਾ ਸਮਾਂ ਖਰਾਬ ਕਰੇ ਬਿਨਾਂ ਅਸੀਂ ਸ਼ੁਰੂ ਕਰਦੇ ਹਾਂ ਜੀ ਆਪਣਾ ਮੈਥ। ਲਓ ਜੀ, ਸ਼ੁਰੂ ਕਰਦੇ ਹਾਂ ਕਿ ਮੈਥਸ 'ਚ ਬੇਸਿਕਲੀ ਹੈ ਕੀ ਚੀਜ਼ ਆ। ਜਦੋਂ ਇੱਕ ਬੱਚਾ ਮੈਥ ਨਵੇਂ ਸਿਰੇ ਤੋਂ ਸ਼ੁਰੂ ਕਰਦਾ ਹੈ ਤਾਂ ਉਹਨੂੰ ਕੀ ਚੀਜ਼ ਪਤਾ ਹੋਣੀ ਚਾਹੀਦੀ ਆ। ਬੇਸਿਕਲੀ ਜਿਹੜੀਆਂ ਚੀਜ਼ਾਂ ਉਹਨੂੰ ਪਤਾ ਹੋਣਗੀਆਂ ਤਾਂ ਉੱਥੋਂ ਉਹਦਾ ਫਾਇਦਾ ਸ਼ੁਰੂ ਹੋਊਗਾ। ਸੋ ਜ਼ਿਆਦਾ ਸਮਾਂ ਖਰਾਬ ਕਰੇ ਬਿਨਾਂ ਅਸੀਂ ਬਿਲਕੁਲ ਮੈਥ ਦੀ ਮੁੱਢਲੀ ਜਾਣਕਾਰੀ ਤੋਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੇਸਿਕ ਇਨਫੋਰਮੇਸ਼ਨ ਆਫ ਮੈਥ, ਸ਼ੁਰੂ ਕਰਦੇ ਹਾਂ। ਅਤੇ ਇਹ ਗੱਲ ਧਿਆਨ ਰੱਖਿਓ ਕਿ ਵੀਡੀਓ ਪੂਰੀ ਤਰ੍ਹਾਂ ਪੰਜਾਬੀ 'ਚ ਤਿਆਰੀ ਕਰਨ ਵਾਲੇ ਬੱਚਿਆਂ ਲਈ ਬਣਾਈ ਗਈ ਹੈ, ਕਿਉਂਕਿ ਅਸਲ 'ਚ ਕੀ ਹੁੰਦਾ ਹੈ, ਮੈਥ ਸਮਝਾਉਣ ਵਾਲੇ ਮੇਰੇ ਤੋਂ ਕਿਤੇ ਵਧੀਆ ਪੱਧਰ ਦੇ ਟੀਚਰ YouTube ਤੋਂ ਲੈ ਕੇ ਆਪੋ ਆਪਣੇ ਪਲੇਟਫਾਰਮਸ 'ਤੇ ਪੜ੍ਹਾ ਰਹੇ ਆ, ਪਰ ਸਮੱਸਿਆ ਇਹ ਆ ਕਿ ਪੰਜਾਬੀ 'ਚ ਕਈ ਵਾਰੀ ਨਾ ਹੋਣ ਕਰਕੇ ਸਾਨੂੰ ਉਹਨਾਂ ਵਧੀਆ ਟੀਚਰਸ ਦੀ ਸਮਝ ਨਹੀਂ ਆਉਂਦੀ, ਫਿਰ ਮੇਰੇ ਵਰਗੇ ਬੰਦੇ ਦੀ ਲੋੜ ਪੈਂਦੀ ਆ। ਸੋ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਚੰਗੇ ਤਰੀਕੇ ਨਾਲ ਮੈਥ ਬਿਲਕੁਲ ਸਕਰੈਚ ਤੋਂ ਸ਼ੁਰੂ ਕਰੀਏ ਬੱਚਿਆਂ ਵਾਸਤੇ। ਸਭ ਤੋਂ ਪਹਿਲਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਜੀ 5/2 ਕੀ ਚੀਜ਼ ਆ, ਠੀਕ ਆ, 2/5 ਕੀ ਚੀਜ਼ ਆ, 7.4 ਕੀ ਚੀਜ਼ ਆ। ਸਾਨੂੰ ਇਹ ਵੀ ਨਹੀਂ ਪਤਾ ਹੁੰਦਾ 0.8 ਕੀ ਆ, -2/5 ਕੀ ਆ, ਠੀਕ ਆ। ਅਸੀਂ ਅਕਸਰ ਇੰਗਲਿਸ਼ 'ਚ ਕਹੀਏ ਤਾਂ ਇੰਟੀਜਰਸ, ਰੈਸ਼ਨਲ ਨੰਬਰ, ਇਰਰੈਸ਼ਨਲ ਨੰਬਰ, ਠੀਕ ਆ, ਡੈਸੀਮਲ, ਫਰੈਕਸ਼ਨ, ਇਹਨਾਂ ਸ਼ਬਦਾਂ ਤੋਂ ਵਾਕਫ ਨਹੀਂ ਹੁੰਦੇ। ਅਤੇ ਪੰਜਾਬੀ 'ਚ ਜੇ ਮੈਂ ਇਹਨਾਂ ਦੇ ਨਾਮ ਲਵਾਂ, ਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ, ਜਿਸਤ, ਟਾਂਕ, ਠੀਕ ਆ, ਅਤੇ ਭਿੰਨ, ਇਹ ਸਾਰੀਆਂ ਚੀਜ਼ਾਂ ਕੀ ਨੇ ਅੱਜ ਅਸੀਂ ਇਹਨਾਂ ਬਾਰੇ ਕਲੀਅਰ ਕਰਾਂਗੇ। ਅਤੇ ਇਸ ਗੱਲ ਦੀ ਚਿੰਤਾ ਉਹ ਬਿਲਕੁਲ ਵੀ ਨਾ ਕਰਨ ਜਿਹੜੇ ਇੰਗਲਿਸ਼ 'ਚ ਸ਼ਬਦਾਂ ਨੂੰ ਸੁਣਨਾ ਚਾਹੁੰਦੇ ਆ। ਮੈਂ ਪੰਜਾਬੀ ਦੇ ਨਾਲ ਇੰਗਲਿਸ਼ ਵੀ ਜ਼ਰੂਰ ਬੋਲੂੰਗਾ ਤਾਂ ਕਿ ਇੰਗਲਿਸ਼ 'ਚ ਜੇ ਕੋਈ ਮੈਥ ਨੂੰ ਸਮਝਦਾ ਨਾ ਉਹਨੂੰ ਵੀ ਬਿਲਕੁਲ 0 ਲੈਵਲ ਤੋਂ ਮੈਥ ਆ ਜੇ। ਅਗਲੀਆਂ ਆਉਣ ਵਾਲੀਆਂ 5-6 ਕਲਾਸਾਂ ਜਿਹੜੀਆਂ ਨੇ ਉਹ ਬਿਲਕੁਲ ਮੈਥ ਦਾ ਡਰ ਦੂਰ ਕਰ ਦੇਣਗੀਆਂ। ਅਤੇ ਸਾਡੇ ਜਿੰਨੇ ਵੀ ਕਾਂਸਟੇਬਲ ਦੇ ਕੋਰਸ ਚੱਲ ਰਹੇ ਆ ਜਾਂ ਸਾਡਾ ਕੋਈ ਵੀ BPT ਦਾ ਕੋਰਸ ਚੱਲ ਰਿਹਾ ਜਾਂ PSSB ਦੀ ਤਿਆਰੀ ਬੱਚੇ ਸਾਡੇ ਤੋਂ ਕਰ ਰਹੇ ਆ ਤਾਂ ਉਹ ਜ਼ਰੂਰ ਇਹਨਾਂ ਚੀਜ਼ਾਂ ਨੂੰ ਮਤਲਬ ਧਿਆਨ 'ਚ ਰੱਖ ਸਕਦੇ ਆ, ਇਹਨਾਂ ਚੀਜ਼ਾਂ ਨੂੰ ਕਰ ਸਕਦੇ ਆ। ਸੋ ਜ਼ਿਆਦਾ ਸਮਾਂ ਨਾ ਖਰਾਬ ਕਰੇ ਬਿਨਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਇਸ ਕੰਮ ਨੂੰ। ਸਭ ਤੋਂ ਪਹਿਲਾ ਕਨਸੈਪਟ ਸਾਡੇ ਕੋਲ ਆ ਗਿਆ ਕਿ ਇੰਟੀਜਰ ਬੇਸਿਕਲੀ ਸਭ ਤੋਂ ਪਹਿਲੀ ਚੀਜ਼ ਕੀ ਆ ਕਿ ਇੱਕ ਸੰਪੂਰਨ ਸੰਖਿਆ, ਮਤਲਬ ਇੱਕ ਇੰਟੀਜਰ ਕੀ ਹੁੰਦਾ ਹੈ ਆਪਣੇ ਕੋਲ। ਦੇਖੋ, ਸਭ ਤੋਂ ਪਹਿਲੀ ਗੱਲ, ਜਦੋਂ ਅਸੀਂ ਇੱਕ ਨਾ ਨੰਬਰ ਰੇਖਾ ਬਣਾਉਣੇ ਆ, ਨੰਬਰ ਲਾਈਨ ਬਣਾਉਣੇ ਆ, ਠੀਕ ਆ, ਅਸੀਂ ਕਹਿੰਦੇ ਆ ਕਿ ਸਭ ਤੋਂ ਕੇਂਦਰ ਦੇ ਵਿੱਚ ਅਸੀਂ ਇੱਕ ਨੰਬਰ ਰੱਖਿਆ 0, ਉਸ ਤੋਂ ਬਾਅਦ ਅਸੀਂ ਇੱਕ ਨੰਬਰ ਰੱਖਿਆ 1, ਅਗਲਾ ਨੰਬਰ ਰੱਖਿਆ 2। ਤੁਸੀਂ 0, 1, 2 ਉੱਧਰਲੇ ਪਾਸੇ ਨੂੰ ਜਿੰਨੇ ਮਰਜ਼ੀ ਨੰਬਰ ਵਧਾ ਸਕਦੇ ਹੋ। ਗੁਣਨਾਤਮਕ ਮਤਲਬ ਪੋਜ਼ਿਟਿਵ ਨੰਬਰ ਜਿਨ੍ਹਾਂ ਦੇ ਅੱਗੇ ਪਲੱਸ ਦਾ ਸਾਈਨ ਪਿਆ ਹੋਵੇ, ਜਿਨ੍ਹਾਂ ਨੂੰ ਆਪਾਂ ਗੁਣਨਾਤਮਕ ਸੰਖਿਆਵਾਂ ਵੀ ਕਹਿ ਦਿੰਦੇ ਹਾਂ। ਜੇ ਤੁਸੀਂ ਪਿੱਛੇ ਨੂੰ ਚੱਲੋਗੇ ਤਾਂ -1, -2, ਅੱਗੇ ਆ ਜਾਓਗੇ -3, -4, -5, -6। ਤੁਸੀਂ ਰਿਣਨਾਤਮਕ ਸੰਖਿਆਵਾਂ, ਨੈਗੇਟਿਵ ਨੰਬਰ ਵੀ ਲਿਖ ਸਕਦੇ ਹੋ, ਪਰ ਸ਼ਾਇਦ ਅਸੀਂ ਕਦੀ ਸੋਚਦੇ ਨਹੀਂ ਕਿ -3, -2, -1, 0, 1, 2 ਦਾ ਮਤਲਬ ਕੀ ਆ। ਇਹਦਾ ਮਤਲਬ ਇੱਧਰ ਨੂੰ ਜਾਵਾਂਗੇ ਤਾਂ ਨੰਬਰ ਵੱਧਦੇ ਆ, ਪਿੱਛੇ ਨੂੰ ਜਾਵਾਂਗੇ ਤਾਂ ਨੰਬਰ ਘਟਦੇ ਆ। ਇੱਧਰ ਸਾਨੂੰ ਪਤਾ ਲੱਗਦਾ ਹੈ ਕਿ 1 ਅਤੇ 2 ਚੋਂ ਵੱਡਾ ਕਿਹੜਾ ਹੈ, 2, ਇਹਦਾ ਮਤਲਬ 2 ਵੱਲ ਮੂੰਹ ਖੋਲਤਾ। ਪਰ ਜੇ ਮੈਂ 2 ਅਤੇ 3 ਚੋਂ ਕਵਾਂ
ਤਾਂ ਇੱਥੇ ਸਪੋਜ਼ ਕਰੋ 3 ਹੋਵੇ ਮੰਨ ਲਓ, ਤੇ 2 ਤੇ 3 ਚੋਂ ਸਾਨੂੰ ਪਤਾ ਹੈ ਕਿ 3 2 ਤੋਂ ਵੱਡਾ ਹੈ, ਪਰ ਇੱਧਰ ਜਾ ਕੇ ਕੰਮ ਉਲਟ ਹੋ ਜਾਂਦਾ ਹੈ। ਤੁਹਾਨੂੰ ਮੈਂ ਕਿਹਾ ਕਿ ਇਸ ਐਰੋ ਨੂੰ ਇੱਧਰ ਨੂੰ ਚੱਲਦਾ ਦੇਖੋ, ਜਿਹੜਾ ਇੱਧਰਲੇ ਪਾਸੇ ਜ਼ਿਆਦਾ ਹੋਊਗਾ ਉਹ ਵੱਡਾ ਹੋਊਗਾ, ਇੱਧਰਲੇ ਪਾਸੇ ਵਾਲਾ ਛੋਟਾ ਹੋਊਗਾ। ਇਹਦਾ ਮਤਲਬ ਜੇ ਮੈਂ -3 ਤੇ -2 ਦੇ ਵਿੱਚੋਂ ਦੇਖਾਂ ਤਾਂ -2 ਇੱਧਰਲੇ ਪਾਸੇ ਆ ਉਹ ਵੱਡਾ ਹੈ। ਸੋ ਇੱਕ ਗੱਲ ਤਾਂ ਤੁਹਾਨੂੰ ਸਮਝ ਆ ਗਈ ਕਿ ਜਦੋਂ ਵੀ ਤੁਸੀਂ ਨੰਬਰ ਰੇਖਾ ਬਣਾਉਂਦੇ ਹੋ, ਨੰਬਰ ਲਾਈਨ ਬਣਾਉਂਦੇ ਹੋ, ਉੱਥੇ ਤੁਹਾਨੂੰ ਇੱਕ ਗੱਲ ਪਤਾ ਲੱਗਦਾ ਕਿ ਕੋਈ ਵੀ ਪੋਜ਼ਿਟਿਵ ਨੰਬਰ ਹੋਵੇ, ਗੁਣਨਾਤਮਕ ਸੰਖਿਆ ਹੋਵੇ, ਤਾਂ ਜਿਹੜਾ ਨੰਬਰ ਵੱਡਾ ਦਿਸਦਾ ਹੈ ਉਹੀ ਵੱਡਾ ਹੁੰਦਾ ਹੈ। ਪਰ ਜਦੋਂ ਉਹਨਾਂ ਦੇ ਅੱਗੇ ਨੈਗੇਟਿਵ ਜਾਨੀ ਕਿ ਮਾਈਨਸ ਜਾਨੀ ਕਿ ਘਟਾਓ ਦਾ ਸਾਈਨ ਆ ਜੇ, ਚਿੰਨ੍ਹ ਆ ਜੇ ਉਹਨਾਂ ਦੇ ਅੱਗੇ, ਤਾਂ ਫਿਰ ਜਿਹੜਾ ਛੋਟਾ ਦਿਸਦਾ ਹੈ ਉਹ ਵੱਡਾ ਹੁੰਦਾ ਆ। ਦੇਖੋ ਤੁਹਾਡੇ ਸਾਹਮਣੇ। ਇਸ ਕਰਕੇ ਕਦੇ ਵੀ ਤੁਹਾਨੂੰ ਕੋਈ ਕਵੇ ਕਿ -5 ਤੇ -8 ਚੋਂ ਵੱਡਾ ਕਿਹੜਾ ਹੈ, ਤੁਸੀਂ ਕਹੋਗੇ ਜੀ -5 ਵੱਡਾ ਹੈ। ਕਿਸੇ ਨੇ ਕਿਹਾ 7 ਤੇ 11 ਚੋਂ ਵੱਡਾ ਕਿਹੜਾ ਹੈ, ਤੁਸੀਂ ਕਹੋਗੇ ਜੀ 11। ਕਿਸੇ ਨੇ ਤੁਹਾਨੂੰ ਕਿਹਾ ਕਿ 8 ਚੋਂ ਤੇ -11 ਚੋਂ ਵੱਡਾ ਕਿਹੜਾ ਹੈ, ਤੁਸੀਂ ਕੀ ਕਹੋਗੇ ਭਲਾ? ਤੁਸੀਂ ਕਹੋਗੇ ਕਿ ਪਲੱਸ ਵਾਲਾ ਤਾਂ ਹਮੇਸ਼ਾ ਹੀ ਵੱਡਾ ਹੁੰਦਾ ਹੈ। ਜੇ ਕੰਪੈਰੀਜ਼ਨ ਤੁਲਨਾ ਇੱਕ ਪਲੱਸ ਤੇ ਮਾਈਨਸ ਵਾਲੇ 'ਚ ਤੇ ਪਲੱਸ ਵਾਲਾ ਹਮੇਸ਼ਾ ਹੀ ਵੱਡਾ ਹੋਊਗਾ। ਜੇ ਕਿਸੇ ਨੇ ਕਹਿਤਾ -2 ਤੇ 4 ਚੋਂ ਵੱਡਾ ਕਿਹੜਾ ਹੈ, ਤੁਸੀਂ ਕਹੋਗੇ 4। ਸੋ ਕਿਸੇ ਵੀ ਤਰੀਕੇ ਦੀ ਤੁਹਾਡੇ ਮਨ 'ਚ ਉਹ ਨਹੀਂ ਹੋਣੀ ਚਾਹੀਦੀ ਕਿ ਕਿਵੇਂ ਕਿਹਨੂੰ ਵੱਡਾ ਕਹਿਣਾ ਹੈ। ਜੇ ਇੱਕ ਪਲੱਸ ਵਾਲਾ ਤੇ ਇੱਕ ਮਾਈਨਸ ਵਾਲਾ ਹੈ, ਬਿਨਾਂ ਸੋਚੇ ਪਲੱਸ ਵਾਲਾ ਵੱਡਾ। ਜੇ ਦੋਵੇਂ ਮਾਈਨਸ ਵਾਲੇ ਹੋਣ ਤਾਂ ਜਿਹੜੀ ਸੰਖਿਆ ਛੋਟੀ ਲੱਗਦੀ ਉਹ ਵੱਡੀ ਹੋਊਗੀ। ਜੇ ਦੋਵੇਂ ਪਲੱਸ ਵਾਲੇ ਹੋਣ ਤਾਂ ਜਿਹੜੀ ਸੰਖਿਆ ਵੱਡੀ ਲੱਗਦੀ ਆ ਉਸੇ ਨੇ ਵੱਡੀ ਹੋਣਾ ਹੈ। ਸੋ ਤੁਸੀਂ ਇੱਕ ਗੱਲ ਨੋਟਿਸ ਕੀਤੀ, ਨਾ ਤਾਂ ਮੈਂ ਕਿਤੇ 5/2 ਪਾਇਆ, ਨਾ 5.4 ਪਾਇਆ, ਨਾ 8.2 ਪਾਇਆ, ਨਾ ਦਸ਼ਮਲਵ ਪਾਇਆ, ਨਾ ਕੋਈ ਭਿੰਨ ਜਾਨੀ ਕਿ ਫਰੈਕਸ਼ਨ ਵਰਤੀ। ਮੈਂ ਸਿੱਧੇ ਸਿੱਧੇ ਸੰਖਿਆਵਾਂ ਲਿਖੀਆਂ, ਤੇ ਆ ਜਿਹੜੀਆਂ ਸਿੱਧੀਆਂ ਸਿੱਧੀਆਂ ਸੰਖਿਆਵਾਂ ਤੁਹਾਨੂੰ ਦਿਸ ਰਹੀਆਂ ਹੈ, ਗੌਰ ਕਰਿਓ, ਜਿਹੜੀਆਂ ਸਿੱਧੀਆਂ ਸਿੱਧੀਆਂ ਸੰਖਿਆਵਾਂ ਤੁਹਾਨੂੰ ਦਿਸ ਰਹੀਆਂ ਹੈ, ਚਾਹੇ ਕੋਈ ਕਵੇ ਸਰ 0, ਕੋਈ ਕਵੇ 1, ਕੋਈ ਕਵੇ 2, ਕੋਈ ਕਵੇ 3, ਕੋਈ ਕਵੇ 4, ਕੋਈ ਕਵੇ 5, ਕੋਈ ਕਵੇ 6, ਕੋਈ ਕਵੇ 7, ਕੋਈ ਕਵੇ 8, ਚਾਹੇ ਕੋਈ ਮੈਨੂੰ ਕਵੇ -1, ਕੋਈ ਕਵੇ -2, ਕੋਈ ਕਵੇ -3, ਕੋਈ ਕਵੇ -4, -5, -6, -7। ਜਿੰਨੀਆਂ ਵੀ ਸੰਖਿਆਵਾਂ ਐਵੇਂ ਦੀਆਂ ਹੋਣਗੀਆਂ ਜਿਨ੍ਹਾਂ 'ਚ ਨਾ ਤਾਂ ਦਸ਼ਮਲਵ ਆਵੇ ਨਾ ਬਟੇ ਆਉਣ, ਠੀਕ ਆ, ਨਾ ਦਸ਼ਮਲਵ ਆਵੇ ਨਾ ਬਟੇ ਆਉਣ, ਉਹਨਾਂ ਸਾਰੀਆਂ ਸੰਖਿਆਵਾਂ ਨੂੰ ਕਿਹਾ ਜਾਂਦਾ ਹੈ ਸੰਪੂਰਨ ਸੰਖਿਆਵਾਂ। ਯਾਦ ਰੱਖਿਓ, ਸੰਪੂਰਨ ਸੰਖਿਆਵਾਂ ਇੰਗਲਿਸ਼ 'ਚ ਕਿਹਾ ਜਾਂਦਾ ਹੈ ਇੰਟੀਜਰਸ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੰਟੀਜਰਸ ਦੀ ਡੈਫੀਨੇਸ਼ਨ ਸਮਝਾਤੀ। ਕੋਈ ਮੈਨੂੰ ਕਵੇ ਕਿ ਸੰਪੂਰਨ ਸੰਖਿਆ ਕਿਹੜੀ ਸੰਖਿਆ ਹੁੰਦੀ ਆ, ਉਹ ਇੱਕ ਅਜਿਹੀ ਸੰਖਿਆ ਹੁੰਦੀ ਆ ਜਿਸ ਵਿੱਚ ਕੋਈ ਦਸ਼ਮਲਵ ਜਾਂ ਭਿੰਨ ਵਾਲਾ ਭਾਗ ਨਹੀਂ ਹੁੰਦਾ, ਵਿਚ ਹੈਜ਼ ਨੋ ਡੈਸੀਮਲ ਔਰ ਫਰੈਕਸ਼ਨ। ਸੋ ਕਿਹੜੇ ਕਿਹੜੇ ਨੰਬਰ ਨੇ, ਜਿਵੇਂ -67, -5, 0, 1, 5, 8, 97, 2, 3043। ਮੈਂ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਗੁਣਨਾਤਮਕ ਜਾਨੀ ਕਿ ਪੋਜ਼ਿਟਿਵ ਤੇ ਰਿਣਨਾਤਮਕ ਨੈਗੇਟਿਵ ਨੰਬਰ ਵੀ ਲੈ ਕੇ ਦੇਖ ਲਿਆ। ਸੋ ਜਿਹੜੇ ਬੱਚੇ ਇਸ ਵੀਡੀਓ ਨੂੰ ਐਪ ਤੇ ਦੇਖ ਰਹੇ ਆ ਉਹਨਾਂ ਨੂੰ ਤਾਂ ਥੱਲੇ PDF ਮਿਲ ਜੂਗੀ ਐਪ ਦੇ ਥੱਲੇ ਹੀ, ਉਹ PDF ਦੇਖ ਕੇ ਆਪਣੇ ਨੋਟਸ ਬਣਾ ਲੈਣਾ, ਠੀਕ ਆ। ਜਿਹੜੇ ਬੱਚੇ YouTube ਤੇ ਦੇਖ ਰਹੇ ਆ ਉਹਨਾਂ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਆਹ ਨੋਟਸ ਬਣਾਉਣੇ ਆ ਤਾਂ ਨੋਟਸ ਨਾਲ ਨਾਲ ਬਣਾਓ। ਜਿੰਨੇ ਵੀ ਮੇਰੇ ਤੋਂ ਮੈਥ ਸਿੱਖਣਾ ਹੈ ਕਿਸੇ ਵੀ ਪੇਪਰ ਵਾਸਤੇ, ਬਸ ਉਹਨਾਂ ਨੂੰ ਇੱਕ ਸਲਾਹ ਦਿੰਦਾ ਮੈਂ, ਉਹ ਨਾਲ ਆਪਣੀ ਕਾਪੀ ਖੋਲ ਕੇ ਆਪਣੇ ਹੱਥ ਲਿਖਤ ਨੋਟਸ ਬਣਾਓਗੇ। 2 ਵਾਰ ਮੇਰਾ ਮੈਥ ਕਰੋਗੇ ਤੁਹਾਨੂੰ ਮੈਥ ਆ ਜਾਊਗਾ। ਸੋ ਮੈਥ ਕਰਨ ਦਾ ਆਹੀ ਇੱਕ ਤਰੀਕਾ ਹੈ ਜੋ ਸਹੀ ਆ। ਇਸ ਤੋਂ ਬਿਨਾਂ ਮੈਥ ਕਰਨ ਦਾ ਕੋਈ ਤਰੀਕਾ ਲੱਭ ਲਓ, ਕੋਈ ਤਰੀਕਾ ਨਹੀਂ। ਮੈਥਸ ਨੂੰ ਸ਼ਾਰਟਕਟ 'ਚ ਪੜ੍ਹਾਉਣ ਵਾਲੇ ਉਹਨਾਂ ਚਿਰ ਤੁਹਾਨੂੰ ਬਹੁਤ ਵਧੀਆ ਲੱਗਦੇ ਆ ਜਿੰਨਾ ਚਿਰ ਉਹ ਮੈਥ ਤੁਹਾਡੇ ਸਾਹਮਣੇ ਚੱਲਦਾ ਹੈ। ਜਦੋਂ ਆਪ ਕਰਨ ਨੂੰ ਕਹਿ ਦਿੰਦੇ ਆ ਤੁਸੀਂ ਉਲਝ ਜਾਂਦੇ ਹੋ। ਤੁਸੀਂ ਮੇਰੇ ਮੈਥ ਨੂੰ ਇੱਕ ਵਾਰ ਕਰਕੇ ਉਹਦੇ ਨਾਲ ਸਵਾਲ ਨਹੀਂ ਕਰ ਸਕਦੇ, ਤੁਹਾਨੂੰ ਦੂਜੀ ਵਾਰ ਉਸ ਮੈਥ ਦੀ ਦੁਹਰਾਈ ਕਰਨੀ ਪਊਗੀ, ਫਿਰ ਉਸ ਤੋਂ ਬਾਅਦ ਤੁਹਾਨੂੰ ਮੈਥ ਸਮਝ ਆਉਣਾ ਸ਼ੁਰੂ ਹੋ ਜਾਊਗਾ। ਇਹ ਯਾਦ ਰੱਖਿਓ, ਠੀਕ ਹੈ। ਹੁਣ ਤੁਹਾਨੂੰ ਇੱਕ ਗੱਲ ਸਮਝ ਆ ਗਈ ਕਿ ਬਈ ਸੰਪੂਰਨ ਸੰਖਿਆਵਾਂ 2 ਤਰੀਕੇ ਦੀਆਂ ਹੁੰਦੀਆਂ, ਇੱਕ ਪੋਜ਼ਿਟਿਵ ਵਾਲੀਆਂ ਜਾਨੀ ਕਿ ਗੁਣਨਾਤਮਕ, ਜਿਵੇਂ 1, 2, 3, 4, 5, 7, 12, 25, 28। ਇੱਕ ਰਿਣਨਾਤਮਕ ਜਾਨੀ ਕਿ ਨੈਗੇਟਿਵ ਵਾਲੀਆਂ, ਜਿਵੇਂ -1, -4, -12, -25, -50, -273। ਇਹ ਸਾਰੀਆਂ ਹੁੰਦੀਆਂ ਨੈਗੇਟਿਵ ਜਾਨੀ ਕਿ ਰਿਣਨਾਤਮਕ ਸੰਖਿਆਵਾਂ। ਹੁਣ ਜੇ ਕੋਈ ਕਵੇ ਸਰ ਤੁਸੀਂ ਪੋਜ਼ਿਟਿਵ ਵਾਲੀਆਂ ਵੀ ਗਿਣਾਤੀਆਂ, 1, 2, 4, 12, 27, ਬੜੀਆਂ ਇਹੋ ਜਿਹੀਆਂ। ਤੁਸੀਂ ਸਰ ਮਾਈਨਸ ਵਾਲੀਆਂ ਵੀ ਗਿਣਾਤੀਆਂ, -5, -8, -13, ਪਰ ਤੁਸੀਂ ਕਿਤੇ ਵਿੱਚ 0 ਬਾਰੇ ਨਹੀਂ ਦੱਸਿਆ। 0 ਕੀ ਆ? 0 ਬਾਰੇ ਕੀ ਕਹਿ ਸਕਦਾ? 0 ਵੀ ਇੱਕ ਇੰਟੀਜਰ ਹੀ ਆ।
ਇੰਟੀਜਰ ਨੂੰ ਦਰਸਾਉਣ ਵਾਸਤੇ Z ਵਰਤਿਆ ਜਾਂਦਾ ਹੈ। ਇੰਟੀਜਰ ਨੂੰ ਪੰਜਾਬੀ 'ਚ ਸੰਪੂਰਨ ਸੰਖਿਆ ਕਹਿੰਦੇ ਆ। 0 ਵੀ ਇੱਕ ਸੰਪੂਰਨ ਸੰਖਿਆ ਹੈ, ਪਰ ਨਾ ਤਾਂ ਇਹ ਪੋਜ਼ਿਟਿਵ ਆ, ਜਾਣੀ ਕਿ ਨਾ ਤਾਂ ਇਹ ਗੁਣਨਾਤਮਕ ਆ, ਤੇ ਨਾ ਹੀ ਇਹ ਰਿਣਨਾਤਮਕ ਆ, ਜਾਣੀ ਕਿ ਨੈਗੇਟਿਵ ਆ। ਸੋ 0 ਬਾਰੇ ਕਿਹਾ ਜਾ ਸਕਦਾ ਕਿ 0 ਨਾ ਤਾਂ ਨੈਗੇਟਿਵ ਨੰਬਰ ਆ ਤੇ ਨਾ ਹੀ ਪੋਜ਼ਿਟਿਵ ਇੰਟੀਜਰ ਆ। ਸਿਫਰ ਨੂੰ ਨਾ ਤਾਂ ਨਕਾਰਾਤਮਕ ਤੇ ਨਾ ਹੀ ਸਕਾਰਾਤਮਕ ਸੰਪੂਰਨ ਸੰਖਿਆ, ਮਤਲਬ ਨਾ ਤਾਂ ਇਹਨੂੰ ਰਿਣਨਾਤਮਕ ਤੇ ਨਾ ਗੁਣਨਾਤਮਕ, ਕੁਛ ਵੀ ਨਹੀਂ ਕਿਹਾ ਜਾ ਸਕਦਾ। ਪਰ ਜਦੋਂ ਕੋਈ ਮੈਨੂੰ ਕਵੇ ਕਿ ਇੰਟੀਜਰਸ ਹੁੰਦੇ ਕੀ ਆ, ਠੀਕ ਆ, ਸੰਪੂਰਨ ਸੰਖਿਆਵਾਂ, ਤੁਸੀਂ ਕਹੋਗੇ ਨੈਗੇਟਿਵ ਵਾਲੇ, ਜਾਣੀ ਕਿ ਨੈਗੇਟਿਵ ਵਾਲੇ ਵੀ ਵਰਤੇ ਹੋਣਗੇ, ਪੋਜ਼ਿਟਿਵ ਵਾਲੇ ਵੀ ਹੋਣਗੇ, ਸਿਫਰ ਵੀ ਵਿੱਚ ਹੀ ਹੋਊਗੀ। ਤੇ ਅੱਗੇ ਪਾਏ ਹੋਏ Z ਦਾ ਮਤਲਬ ਇਹ ਆ ਕਿ ਕਦੇ ਵੀ ਤੁਹਾਨੂੰ ਕੋਈ ਕਵੇ ਕਿ ਇੰਟੀਜਰਸ ਨੂੰ ਕਿਹੜੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ, ਤੁਸੀਂ ਕਹੋਗੇ ਇਹਨੂੰ Z ਨਾਮ ਦੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ। ਜੋ ਵੀ ਗੱਲ ਤੁਹਾਡੇ ਦਿਮਾਗ 'ਚ ਪੁੱਛੀ ਜਾ ਸਕਦੀ ਆ ਰਹੀ ਆ, ਉਹ ਮੈਂ ਜਵਾਬ ਦੇਤਾ ਤੁਹਾਨੂੰ ਜੋ ਵੀ ਗੱਲ ਤੁਹਾਡੇ ਸਵਾਲ ਦੇ ਰੂਪ 'ਚ ਪੁੱਛੀ ਜਾ ਸਕਦੀ ਆ, ਉਹਦਾ ਤੁਹਾਨੂੰ ਮੈਂ ਜਵਾਬ ਦੇਤਾ। ਸੋ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਸਮਝ ਆ ਗਈ ਕਿ ਮੈਂ ਜੋ ਦੱਸਣਾ ਚਾਹੁੰਦਾ ਸੀ ਉਹ ਕਹਾਣੀ ਹੈ ਕੀ ਆ, ਠੀਕ ਆ। ਉਸ ਤੋਂ ਬਾਅਦ ਤੁਸੀਂ ਆਹ ਫੋਟੋ ਵੀ ਖਿੱਚ ਸਕਦੇ ਹੋ, ਜਿਨ੍ਹਾਂ ਕੋਲ PDF ਹੈਗੀ ਆ ਉਹ ਇੱਥੋਂ ਦੇਖ ਕੇ ਨੋਟਸ ਬਣਾ ਸਕਦੇ ਆ। ਖੈਰ, ਹੁਣ ਅੱਗੇ ਆ ਜਾਓ, ਮਸਲਾ ਕੀ ਆ, ਠੀਕ ਆ। ਮਸਲਾ ਇਹ ਆ ਕਿ ਆਪਾਂ ਹੁਣ ਇਹਦੇ ਸੰਬੰਧਿਤ ਕੁਝ ਸਵਾਲ ਟਰਾਈ ਜ਼ਰੂਰ ਕਰੀਏ। ਆ ਜਾਓ ਜੀ। ਸਭ ਤੋਂ ਪਹਿਲਾ ਸਵਾਲ ਸਾਡੇ ਕੋਲ ਇਹ ਆ ਕਿ ਇਹਨਾਂ 'ਚੋਂ ਹੇਠ ਲਿਖੇ ਕਥਨਾਂ 'ਚੋਂ ਕਿਹੜਾ ਗਲਤ ਹੈ। -4 -5 ਤੋਂ ਵੱਡਾ ਹੁੰਦਾ ਹੈ, ਬਿਲਕੁਲ ਸਹੀ। -4 5 ਤੋਂ ਵੱਡਾ ਹੁੰਦਾ ਹੈ, ਬਿਲਕੁਲ ਗਲਤ। ਕਿਉਂ? ਜਿੱਧਰ ਮੂੰਹ ਖੁੱਲਿਆ ਹੈ ਉਹ ਵੱਡਾ ਹੈ, ਸੌਰੀ, ਠੀਕ ਆ। -4 5 ਤੋਂ 5 ਵੱਡਾ ਹੈ -4 ਤੋਂ, ਇਹ ਵੀ ਗੱਲ ਸਹੀ ਆ। ਇਹ ਕਹਿ ਰਹੇ ਕਿ -4 -5 ਤੋਂ ਵੱਡਾ, ਇਹ ਵੀ ਗੱਲ ਸਹੀ ਆ। ਕਹਿੰਦੇ 4 ਤੋਂ -5 ਵੱਡਾ ਹੈ। ਪੋਜ਼ਿਟਿਵ ਵਾਲੇ ਤੋਂ ਨੈਗੇਟਿਵ ਵਾਲੀ ਸੰਖਿਆ ਕਦੇ ਵੱਡੀ ਨਹੀਂ ਹੋ ਸਕਦੀ। ਸੋ ਇਹ ਆਪਣੇ ਕੋਲ ਕੀ ਆ ਗਿਆ ਜੀ? ਗਲਤ। ਅਗਲਾ ਵੀ ਚੈੱਕ ਕਰ ਲਓ ਕਿ 4 -5 ਤੋਂ ਵੱਡਾ ਹੀ ਹੋਊਗਾ। ਸੋ ਜੋ ਉਹਨਾਂ ਨੇ ਪੁੱਛਿਆ ਸੀ ਹੇਠ ਲਿਖਿਆਂ 'ਚੋਂ ਕਿਹੜਾ ਗਲਤ ਹੈ, ਤੁਸੀਂ ਕਹਿਤਾ C ਗਲਤ ਹੈ। ਸੋ ਐਵੇਂ ਦੇ ਸਵਾਲ ਸਾਨੂੰ ਪੇਪਰ 'ਚ ਆ ਸਕਦੇ ਆ। ਅਗਲਾ ਗੱਲ, ਹੇਠ ਲਿਖਿਆਂ ਨੂੰ ਵੱਧਦੇ ਕ੍ਰਮ ਵਿੱਚ ਲਾਓ, ਮਤਲਬ ਇਨਕਰੀਜ਼ਿੰਗ ਆਰਡਰ 'ਚ ਲਾਓ ਕਿ ਕਿਹੜਾ ਵੱਡਾ ਹੈ। ਦੇਖੋ 0 ਤੋਂ 1 ਵੱਡਾ ਹੈ, ਪਰ 1 ਤੋਂ -1 ਵੱਡਾ ਨਹੀਂ ਗਾ। -1 ਤੋਂ -2 ਤੇ -2 ਤੋਂ -3 ਵੱਡਾ ਨਹੀਂ, ਸਗੋਂ ਆਹ ਵੱਧਦਾ ਕਰਮ ਹੋ ਸਕਦਾ ਸੀ -3 ਤੋਂ ਵੱਡਾ -2 ਤੇ -2 ਤੋਂ ਵੱਡਾ -1। ਇਹ ਵੀ ਗਲਤ ਹੋ ਗਿਆ। ਤੀਸਰੇ ਤੇ ਆਓ, ਪਹਿਲਾਂ ਪਾਇਆ -1, ਫੇਰ ਪਾਇਆ 0, ਫੇਰ ਪਾਇਆ 1। ਸਾਫ਼ ਪਤਾ ਲੱਗ ਰਿਹਾ ਕਿ ਵੱਧਦਾ ਕਰਮ ਆ। ਵੱਧਦੇ ਕਰਮ ਚਲਾਉਣਾ ਸੀ, C ਇਜ਼ ਦੀ ਕਰੈਕਟ ਆਪਸ਼ਨ। ਅਗਲਾ ਦੇਖ ਲਓ, ਪਹਿਲਾਂ -1 ਆ, ਫਿਰ ਅਗਲਾ 1 ਆ, ਅਗਲਾ -2 ਆ। ਫਿਰ ਇੱਥੇ ਗੜਬੜ ਹੋ ਗਈ ਨਾ, ਕਿਉਂਕਿ -1 ਤੋਂ ਵੱਡਾ 1 ਆ ਤੇ 1 ਤੋਂ ਵੱਡਾ 2 ਹੋਣਾ ਚਾਹੀਦਾ ਸੀ, ਨਾ ਕਿ -2। ਸੋ C ਇਜ਼ ਦੀ ਕਰੈਕਟ ਆਪਸ਼ਨ, C ਹੀ ਸਹੀ ਜਵਾਬ ਆ। ਅਗਲਾ ਆ ਜਾਓ, ਹੇਠ ਲਿਖਿਆਂ 'ਚੋਂ ਕਿਹੜੀ ਚੀਜ਼ ਸਹੀ ਆ? ਆ ਜਾਓ। ਕਹਿੰਦਾ -8 -7 ਤੋਂ ਵੱਡਾ ਹੈ, ਗਲਤ। ਜਦੋਂ ਦੋਵੇਂ ਨੈਗੇਟਿਵ ਵਾਲੇ ਹੋਣ, ਨੈਗੇਟਿਵ ਹੋਣ, ਰਿਣਨਾਤਮਕ ਹੋਣ, ਤਾਂ ਜਿਹੜਾ ਛੋਟਾ ਹੁੰਦਾ ਹੈ ਉਹ ਜਿਹੜਾ ਛੋਟਾ ਲੱਗਦਾ ਹੈ ਉਹ ਵੱਡਾ ਹੁੰਦਾ ਹੈ। ਕਿਉਂਕਿ ਆਪਾਂ ਨੂੰ ਪਤਾ ਹੈ ਕਿ -7 ਸਾਨੂੰ ਛੋਟਾ ਲੱਗਦਾ, ਪਰ ਅਸਲ 'ਚ ਇਹ ਵੱਡਾ ਹੈ ਕਿਉਂਕਿ ਸਾਈਨ ਅੱਗੇ ਨੈਗੇਟਿਵ ਦਾ ਹੈ। -1 ਤੇ 0 ਤੋਂ, ਆ ਬਿਲਕੁਲ ਗਲਤ ਗੱਲ ਆ। 1 ਵੱਡਾ ਹੈ ਕਿਉਂਕਿ ਪੋਜ਼ਿਟਿਵ ਵਾਲੇ ਆ। -1 ਤੋਂ 0 ਵੱਡਾ ਹੈ, ਬਿਲਕੁਲ ਸਹੀ ਗੱਲ ਆ। -1 ਤੋਂ 0 ਵੱਡਾ ਹੈ। ਤੁਸੀਂ ਨੰਬਰ ਰੇਖਾ ਵੀ ਡਰਾ ਕਰਕੇ ਦੇਖ ਲਓ, ਇੱਥੇ 0 ਆਉਂਦਾ ਹੈ, ਇੱਥੇ 1 ਆਉਂਦਾ, ਇੱਥੇ 2, ਇੱਥੇ 3, ਇੱਥੇ 4, ਅੱਗੇ ਇੱਥੇ -1, ਇੱਥੇ -2, ਇੱਥੇ -3। ਕਹਿੰਦਾ -1 ਤੋਂ ਵੱਡਾ ਹੈ 0, ਆ ਰਿਹਾ -1, ਆ ਰਿਹਾ 0। ਜਿਹੜਾ ਪਰਾਂ ਨੂੰ ਹੋਊਗਾ ਉਹ ਓਨਾ ਵੱਡਾ ਹੋਊਗਾ। -2 4 ਤੋਂ ਵੱਡਾ ਹੈ, ਇਹ ਹੋ ਹੀ ਨਹੀਂ ਸਕਦਾ। 4 ਇੱਧਰਲੇ ਪਾਸੇ ਆ, -2 ਇੱਧਰਲੇ ਪਾਸੇ ਆ। ਮੈਂ ਤਾਂ ਤੁਹਾਨੂੰ ਨੰਬਰ ਰੇਖਾ ਤੋਂ ਵੀ ਦੱਸਦੇ ਕਿ ਵੱਡਾ ਛੋਟਾ ਕੀ ਹੁੰਦਾ ਹੈ, ਠੀਕ ਹੈ। ਸੋ ਇਹ ਸਵਾਲਾਂ ਨੂੰ ਕਰਨ ਤੋਂ ਬਾਅਦ ਹੁਣ ਆਪਾਂ ਅਗਲੇ ਸਵਾਲਾਂ ਨੂੰ ਕਰਾਂਗੇ, ਪਰ ਪਹਿਲਾਂ ਆਪਾਂ ਦੂਜੇ ਪਾਸੇ ਜਾ ਕੇ ਥਿਊਰੀ ਪੜ੍ਹ ਕੇ ਆਈਏ, ਠੀਕ ਆ। ਪਹਿਲਾਂ ਆਪਾਂ ਮੁੱਢਲੀ ਜਾਣਕਾਰੀ ਹਾਸਲ ਕਰੀਏ, ਸਵਾਲਾਂ ਨੂੰ ਹੱਲ ਕਰਨ ਦਾ ਤਰੀਕਾ ਤੇ ਸਾਡੇ ਕੋਲ ਅੱਗੇ ਜਾ ਕੇ ਵੀ ਆ ਜਾਊਗਾ। ਆ ਜਾਓ ਜੀ, ਹੁਣ ਆਪਾਂ ਉੱਥੇ ਚੱਲਦੇ ਹਾਂ। ਹਾਂਜੀ, ਹੁਣ ਅਸੀਂ ਇਸ ਪੇਜ ਤੇ ਪਹੁੰਚ ਗਏ। ਸਾਡਾ ਮਸਲਾ ਹੁਣ ਇਸ ਪੇਜ ਤੋਂ ਹੱਲ ਹੋਊਗਾ। ਕਹਿੰਦੇ ਅਸੀਂ ਹੁਣੇ ਸੰਪੂਰਨ ਸੰਖਿਆਵਾਂ ਜਾਨੀ ਕਿ ਇੰਟੀਜਰਸ ਬਾਰੇ ਪੜ੍ਹ ਕੇ ਆਏ ਆ। ਮੈਂ ਦੱਸਣਾ ਚਾਹੁੰਦਾ ਕਿ -4 ਹੋਵੇ, -3 ਹੋਵੇ, -2 ਹੋਵੇ, -1 ਹੋਵੇ, 0 ਹੋਣ, 1 ਹੋਵੇ, 2 ਹੋਵੇ, 3 ਹੋਵੇ, 4 ਹੋਵੇ, 5 ਹੋਵੇ, 6,
ये सारे संपूर्ण संख्यावां ने। इन्हां दे विच्चों ही कुछ गौर करियो, इन्हां दे विच्चों ही कुछ हुंदे आ साडे कोल होल नंबरस। कहंदे जिन्हां नूं संपूर्ण संख्यावां दे विच्चों एक चीज़ हुंदी आ पूर्ण संख्यावां, संपूर्ण दे विच्चों एक चीज़ निकल के आउंदी आ पूर्ण संख्यावां। तुसीं कहोगे सर पूर्ण संख्यावां किहड़ियां हुंदियां? मैं कहूँगा पूर्ण संख्यावां वो ने जिहड़ियां 0 तो स्टार्ट हो जाण ते अग्गे नूं वधदियां जाण। आ लो जी। तो फिर ऋणात्मक संख्यावां किहड़ियां? जिहड़ियां 0 तो पिछे रह जाण, जिवें -1 -2 -3 -4 -5 -6 एवें। जिहड़ियां जे कोई मैनूं कहे कि इनू रेखा ते बना के दिखाओ, आ रहा 0 आ रहा 1 आ रहा 2 आ रहा 3 आ रहा 4 आ रहा 5 आ रहा 6 आ रहा 7 आ रहा 8, ਜਿਹੜੀਆਂ ਤਾਂ ਇੱਥੋਂ ਸ਼ੁਰੂ ਹੋ ਕੇ ਇੱਧਰ ਨੂੰ ਚਲੇ ਗਈਆਂ ਇਹ ਤਾਂ ਹੋ ਗਈਆਂ ਪੂਰਨ ਸੰਖਿਆਵਾਂ, ਯਾਨੀ ਕਿ ਹੋਲ ਨੰਬਰਸ। ਜਿਹੜੇ ਪਿੱਛੇ ਨੂੰ ਰਹਿ ਗਏ ਮਾਈਨਸ ਦਾ 1 ਮਾਈਨਸ ਦਾ 2 ਮਾਈਨਸ ਦਾ 3, ਇੱਥੋਂ ਪਿੱਛੇ ਨੂੰ ਜਿੰਨਾ ਮਰਜ਼ੀ ਚਲੇ ਜਾਓ ਇਹ ਹੋਣਗੀਆਂ ਨੈਗੇਟਿਵ, ਯਾਨੀ ਕਿ ऋणात्मक संख्यावां। सो ये ऋणात्मक संख्यावां हो गई। ठीक है। सो इस चीज़ तो बाद हुण अगे ध्यान नाल देखियो, कहंदे संपूर्ण संख्यावां दो हिस्सियां च वंडियां गईयां, एक पूर्ण ते एक ऋणात्मक। एक पूर्ण ते एक किहड़ियां ऋणात्मक। कहंदे जिहड़ियां पूर्ण संख्यावां सीगियां जिहड़ियां 0 तो स्टार्ट होईयां इन्हां दे भी अगे दो हिस्से हो गए, ऋणात्मक तां पिछे रह गईयां, नैगेटिव नंबर तां पिछे रह गए, ਜਿਹੜੇ ਹੋਲ ਨੇ ਇਹ ਵੀ ਦੋ ਹਿੱਸਿਆਂ 'ਚ ਵੰਡੇ ਗਏ। 0 ਤੋਂ ਸਟਾਰਟ ਹੋ ਕੇ ਅੱਗੇ ਵਾਲੇ ਵੀ ਇੱਕ 0 ਅੱਡ ਕੱਢ ਦੋ ਤੇ ਬਾਕੀ ਦੇ ਅੱਡ ਕੱਢ ਦੋ। ਇਹਦਾ ਮਤਲਬ 0 ਨੂੰ ਅੱਡ ਕੱਢਤਾ ਤੇ ਬਾਕੀ 1 2 3 4 5 6 7 8 9 10 ਅੱਡ ਕੱਢਤੇ। ਸੋ ਲੈ ਦੇ ਕੇ ਸਾਨੂੰ ਇੱਕ ਗੱਲ ਸਮਝ ਆ ਗਈ ਕਿ ਪੂਰੀ ਦੀ ਪੂਰੀ ਜਿਹੜੀ ਨੰਬਰ ਰੇਖਾ ਹੁੰਦੀ ਆ ਉਹ ਤਿੰਨ ਹਿੱਸਿਆਂ 'ਚ ਵੰਡੀ ਹੁੰਦੀ ਆ। एक 0 सॉरी 1 2 1 तो इधरले तो होंगे आ सारे पॉजिटिव नंबरस, मतलब पंजाबी च कहिए तो गुणात्मक संख्यावां। ਜਿਹੜੇ -1 -2 इस तो पिछे नूं हुंदे आ ਉਹ ਹੁੰਦੇ ਆ ਨੈਗੇਟਿਵ ਨੰਬਰਸ, ਜਾਨੀ कि ऋणात्मक संख्यावां। ਤੇ ਜਿਹੜੀ ਵਿੱਚ ਵਾਲੀ 0 ਹੁੰਦੀ ਆ ਇਹਨੂੰ 0 ਹੀ ਕਿਹਾ ਜਾਂਦਾ ਹੈ। ਇਹਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਨਾਈਦਰ ਨੈਗੇਟਿਵ ਨੌਰ ਪੋਜ਼ਿਟਿਵ, ਨਾ ਤਾਂ ऋणात्मक ਨਾ ਗੁਣਾਤਮਕ। ਪੂਰੀ ਦੀ ਪੂਰੀ ਲਾਈਨ ਨੂੰ ਕਿਹਾ ਜਾਂਦਾ ਹੈ ਨੰਬਰ ਰੇਖਾ। ਇਸ ਨੰਬਰ ਰੇਖਾ ਦੇ ਉੱਪਰ ਜਿੰਨੇ ਵੀ ਪੂਰਨ ਸੰਖਿਆਵਾਂ ਨੇ, ਸੰਪੂਰਨ ਸੰਖਿਆਵਾਂ ਨੇ, ਜਿੰਨੇ ਵੀ ਇੰਟੀਜਰਸ ਨੇ ਉਹ ਤਿੰਨ ਹਿੱਸਿਆਂ 'ਚ ਵੰਡੇ ਹੋਏ ਆ। ਇੱਕ 1 ਤੋਂ ਵੱਡੇ ਵਾਲੇ, एक -1 ਤੋਂ ਛੋਟੇ ਵਾਲੇ ਤੇ ਇੱਕ 0 ਵਾਲੇ। ਸ਼ਰਤ ਇਹ ਆ ਕਿ ਇਹਨਾਂ ਦੇ ਵਿੱਚ ਨਾ ਤਾਂ ਤੁਸੀਂ ਦਸ਼ਮਲਵ ਲਿਖਣੇ ਆ ਤੇ ਨਾ ਹੀ ਤੁਸੀਂ ਭਿੰਨ, ਯਾਨੀ ਕਿ ਨਾ ਤਾਂ ਪੁਆਇੰਟਾਂ ਵਾਲੇ ਤੇ ਨਾ ਹੀ ਬਟਿਆਂ ਵਾਲੇ, ਫ੍ਰੈਕਸ਼ਨ ਵਾਲੇ ਵੀ ਨਹੀਂ ਲਿਖਣੇ। ਬਸ ਤੁਸੀਂ ਬਾਕੀ ਦੀਆਂ ਸੰਖਿਆਵਾਂ ਨੂੰ ਆਪਸ 'ਚ ਪਹਿਚਾਨਣਾ ਹੈ। ਇਹ 6ਵੀਂ ਕਲਾਸ ਦਾ ਮੈਥ ਆ। ਜਿਹੜੇ ਕਹਿੰਦੇ ਆ ਨਾ ਕਿ ਸਾਨੂੰ ਮੈਥ ਆਉਂਦਾ ਹੀ ਨਹੀਂ ਸਰ, ਅਸੀਂ ਕਰੀਏ ਕਿਵੇਂ, ਫਿਰ ਉਹ ਇਸ ਪੱਧਰ ਤੋਂ ਆਪਣਾ ਮੈਥ ਸਿੱਖਣਾ ਸ਼ੁਰੂ ਕਰ ਦੇਣ। ਕਿਸੇ ਵੀ ਤਰੀਕੇ ਨਾਲ ਸਾਡੇ ਮੈਥਸ ਨਾਲ ਸੰਬੰਧਿਤ ਜਾਂ ਸਾਡੇ ਕੋਲ ਜਿਹੜੇ ਇਸ ਟਾਈਮ ਚਾਹੇ ਕਾਂਸਟੇਬਲ ਨਾਲ ਸੰਬੰਧਿਤ, ਚਾਹੇ ਤੁਸੀਂ ਸਾਡੇ ਕੋਲ ਸਪੈਸ਼ਲੀ BPT, ਠੀਕ ਆ, ਜਿਹੜਾ ਕਿ ਹੌਲਦਾਰ ਦਾ ਪ੍ਰਮੋਸ਼ਨ ਦਾ ਪੇਪਰ ਆ, ਉਹਦੇ ਨਾਲ ਸੰਬੰਧਿਤ ਹੋ ਗਿਆ, ਤੇ ਚਾਹੇ ਤੁਸੀਂ PSSB ਨਾਲ ਸੰਬੰਧਿਤ ਕੋਈ ਵੀ ਮੈਥ ਦਾ ਕੋਰਸ ਲੈਣਾ ਹੈ, ਸਾਰੇ ਕੋਰਸ ਅੱਡ-ਅੱਡ ਮਿਲਣਗੇ ਕਿਉਂਕਿ ਸਭ ਦਾ ਸਿਲੇਬਸ ਅੱਡੋ-ਅੱਡ ਆ। ਤਾਂ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਕਿਸ ਨੰਬਰ ਤੇ ਸੰਪਰਕ ਕਰ ਸਕਦੇ ਹੋ? ਸਾਡਾ ਇਹਨਾਂ ਕੋਰਸਾਂ ਵਾਸਤੇ 7708 00072 ਆਹ ਨੰਬਰ ਆ ਜੀ, ਜਿਹਦੇ ਤੇ ਤੁਸੀਂ ਸਾਡੇ ਨਾਲ ਕਿਸੇ ਵੀ ਜਿਹੜੇ ਕੋਰਸ ਦੀ ਗੱਲ ਕਰਨੀ ਹੈ ਕਲੀਅਰ ਦੱਸਣਾ ਕਿ ਅਸੀਂ ਇਸ ਪੇਪਰ ਵਾਸਤੇ ਕੋਰਸ ਲੈਣਾ ਹੈ। BPT ਵਾਸਤੇ ਸਾਡੇ ਕੋਲ ਪੂਰਾ ਕੋਰਸ ਅਵੇਲੇਬਲ ਆ, ਜਿਹਦੇ 'ਚ ਅਸੀਂ ਲਾਅ ਦੀ ਪੂਰੀ ਤਿਆਰੀ, 75 ਨੰਬਰ ਦਾ ਉਹੀ ਸਿਲੇਬਸ ਜੋ ਪੇਪਰ 'ਚ ਆਉਣਾ ਹੈ, ਵਿਦ ਬੁੱਕ, ਪੰਜਾਬੀ ਮੀਡੀਅਮ। ਤੁਸੀਂ ਸਾਰੀਆਂ ਚੀਜ਼ਾਂ ਵਾਸਤੇ ਸਾਡੀਆਂ ਡੈਮੋਜ਼ 7708 00072 ਤੋਂ ਮੰਗਵਾ ਸਕਦੇ ਹੋ। ਠੀਕ ਹੈ। ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਜੀ ਆਪਾਂ ਅੱਗੇ। ठीक है जी। सो सब तो पहला तो मैं तुहानूं एक गल क्लीयर करती कि ऋणात्मक नंबर की हुंदे आ, गुणात्मक नंबर की हुंदे आ। सो ये सारिया चीज़ों नूं लिखण तो बाद हुण अगे इस तो अगे आपां गौर करते हैं। ठीक है। सो आपां नूं पता लग गया कि नंबर लाइन जिहदे बारे असीं हुणे पढ़ के हटे हैं कि नंबर रेखा की हुंदी है।
इस नंबर रेखा तो ते जो भी नंबर इत्थे लिखे हुए आ इन्हां सारिਆਂ वास्ते मैं एक चिन्ह वरतूंगा Z। तुसी कहोगे सर इन्हां सारिਆਂ वास्ते तुसी Z नाम का चिन्ह क्यों वरतिया? क्योंकि मैं तुहानूं ये गल चंगी तरह दस चुकिया कि जिहड़ी चीज़ बारे मैं तुहानूं हुण जानकारी दित्ती है, जिहड़ी चीज़ वास्ते मैं तुहानूं हुण जानकारी दित्ती है वो है कि बेसिकली इंटीजर्स जानी कि संपूर्ण संख्यावां। इन्हां च आ वालीआं संख्यावां ते हो गईआं नैगेटिव, आ वालीआं हो गईआं पॉजिटिव ते आ हो गई जीरो। मतलब आ ऋणात्मक, आ गुणात्मक ते आ सिफर। जिन्हों नहीं गल समझ आई वो पहलां तां इत्थों तक जोर देण कि सानूं तां तीन गल्लां समझ आईआं नंबर रेखा ते, नंबर लड़ी ते कि ऋणात्मक यानी कि नैगेटिव नंबरस किहड़े आ, पॉजिटिव इंटीजर्स किहड़े आ, मतलब गुणात्मक संपूर्ण संख्यावां ते तीजी चीज़ विच बच जाती है सिफर। तिन्नां नूं जोड़ दिता जाए तो ये सारियां संपूर्ण संख्यावां नूं Z कह के बुलाया जाता है। ठीक है, सो आ सारी कहानी क्लीयर करन तो बाद हुण मैं तुहानूं एक गल बड़ी क्लीयर दसदा कि हुण जिहड़े नंबर जीरो तो सज्जे पासे पए आ वो जीरो तो वड्डे हन, जिहड़े नंबर जीरो तो खब्बे पासे पए आ वो जीरो तो छोटे आ ते जीरो नूं हमेशा सेंटर च रखिया जाता है। सो सब तो पहला तो मैं तुहानूं ये गल दसनी चाहुंदा कि तुहानूं ये तां पता लग्या कि जीरो तो अगले पासे की है, जीरो तो पिछले पासे की है। हुण तक मैं तुहानूं की दस्सण च सफल होया वो गौर करियो कि सब तो पहला मैं तुहानूं जिहड़ी चीज़ क्लीयर करन च सफल होया वो की है। आ जाओ, मैं तुहानूं हुण तक ये गल समझाई है कि संपूर्ण संख्यावां, ठीक है, संपूर्ण संख्यावां जिन्हां नूं आपां इंग्लिश दे विच इंटीजर्स भी कह दिंदे आ। बेसिकली ये तीन प्रकार दियां हुंदियां, एक वो जिहड़ियां नैगेटिव होण, एक वो जिहड़ियां सिफर जीरो ते एक वो जिहड़ियां की होण पॉजिटिव। एग्जाम्पल के तौर पर माइनस का एक, माइनस का दो, माइनस का तीन, एवें होर। सिफर च इक्को ही उदाहरण आउंदी है जीरो। पॉजिटिव दे विच एक, दो, तीन, चार, पाँच ते होर बहुत। सो मैं तुहानूं आ चीज़ समझाई है तो इनू मैं नंबर रेखा ते भी चिन्हित करता कि इत्थे जीरो, इत्थे एक, इत्थे दो, इत्थे तीन, इत्थे चार, एवें छोटे माइनस एक, माइनस दो, माइनस तीन, माइनस चार, माइनस पाँच। इधर नूं जाई जावांगे तो छोटे होई जाणगे, इधर जाई जावांगे तो वड्डे होई जाणगे। ये सारे इंटीजर्स ने जिन्हां नूं आपां Z लिख के बुलाउने आ। इन्हां दे विच्चों हुण देखो तुसीं नोटिस किया कि जे मैं ये गल कहां कि सर एक ते दो दे विच, एक दे दो दे विच आपां 3/2 भी तो लिख सकते हैं। क्यों? 3/2 हुंदा 1.5, वो एक ते दो दे विच आउंदा है पर वो बटियां च आ गया जां दशमलव च आ गया। तुसीं उहनूं इंटीजर्स की कैटेगरी च नहीं रख सकते, संपूर्ण संख्या की कैटेगरी च नहीं रख सकते उहनूं। इस करके उन्हां दा लिखिया जाना तां नहीं बनदा। इंटीजर्स जानी कि संपूर्ण संख्यावां वो ने जिन्हां दे थल्ले बटे च एक आउंदा है, जानी कि चार आ जिहड़ा, चार नूं तुसीं हद 4/1 लिख लोगे, चाहे बटे एक पाओ भी ना ही उन्हां दे नाल कोई दशमलव आउंदा है। ठीक है, हाँ वैसे पा सकते हो दशमलव, 4 नूं 4.0 लिख सकते हो, इस तो वध के कुछ नहीं कर सकते। बटियां च भी लिख सकते हो 4 नूं 4/1, पर जे बटियां च लिखना है तो बटे च एक आउंदा होवे, जे दशमलव च लिखना भी चाहुंदे हो तो पॉइंट तो बाद दशमलव तो बाद जीरो ही आउंदी होवे बस। सो ये होवे भावें इहनूं तुसीं 4 भी लिख लो तां भी इहदी सेहत ते कोई असर नहीं। ठीक है, सो जिन्नू धक्के नाल भावें दशमलव चाहे भिन्न च लिख लो पर असल चो ना लिखे बिना भी सरदा होवे, उन्हां नूं आपां इंटीजर्स कहने आ। इत्थों तक मैं समझदा कि तुसीं अपने नोट्स बना लए होणगे, क्योंकि जे तुसीं आ वाला पेज बना लिया तो समझ लो कि तुसीं ते पंजाबी च इहनूं इंटीजर्स कहंदे आ, इन्हां नूं कहंदे आ नैगेटिव नंबरस, इहनूं कहंदे आ जीरो, इहनूं कहंदे आ पॉजिटिव नंबरस। ठीक है, हुण इसे तो अगे मैं एक गल दसनी चाहुंदा कि जे तुसीं नैगेटिव नंबरस नूं भुल जाओ तो सिर्फ जीरो तो स्टार्ट करके अपने नंबर लिखो, 0 1 2 3 4 5 6 7 8 9 10। तुसीं कहोगे तुसीं की कीता, तुसीं जीरो तो बाद जीरो नूं नाल लैके सारे पॉजिटिव नंबर लिख ले। जीरो भी पॉजिटिव नहीं गा, जीरो ना तो पॉजिटिव आ ना नैगेटिव आ, ना ऋणात्मक आ ना गुणात्मक आ, जीरो तो बाद वाले सारे पॉजिटिव। जे तुसीं ए वाले इंटीजर्स कढ ले,
इस प्रकार के इंटीजर्स का स्पैशल नाम आ होल नंबरस। की नाम आ जी? होल नंबरस। पंजाबी च कहांगे पूर्ण संख्यावां। तुसीं कहोगे यार ये की गल बनी? याद रखियो, ਜਿਹੜੀਆਂ संपूर्ण संख्यावां, ਜਿਹੜੇ इंटीजर्स जीरो तो शुरू होकर अगे नूं वधदे हन, उन्हां संपूर्ण संख्यावां नूं पूर्ण संख्यावां कहा जाता है। दोज इंटीजर्स आर कॉल्ड होल नंबरस। ਇਹਦਾ मतलब सानू पता लग गया कि इंटीजर वड्डी चीज़ आ, ਉਹਦੇ ਵਿੱਚ ही आउंदे आ किते होल नंबरस। होल नंबरस ਉਹ ने, होल नंबरस मतलब पूर्ण संख्यावां ਉਹ ਹੁੰਦੀਆਂ ਏ ਜਿਹੜੀਆਂ इंटीजर्स ਦੇ ਵਿੱਚ ही ਹੁੰਦੀਆਂ ਏ। मतलब एक तो शुरू, जीरो तो स्टार्ट होने वाले इंटीजर्स नूं होल नंबर कहा जाता है। सिफर तो शुरू होने वालियां संपूर्ण संख्यावां नूं पूर्ण संख्यावां कहा जाता है। एक गल होर, जे कोई कहे कि सर मैं एक तो स्टार्ट करनी है, 1 2 3 4 5, इन्हां दा की नाम आ? इन्हां नूं मैं कहूँगा नैचुरल नंबरस, मतलब प्रकृतिक संख्यावां। प्रकृतिक संख्यावां जिहड़ियां ने वो होल नंबर दे भी छोटियां हुंदियां, ये होल नंबर दे विच भी समा जांदियां। क्यों? हर एक कुदरती प्रकृतिक संख्या पक्की गल आ कि संपूर्ण संख्यावां होगी, पर हर पूर्ण संख्या प्रकृतिक संख्या नहीं हो सकती। सिफर एक पूर्ण संख्या तो है आ, पर प्रकृतिक नहीं। बाकी सारियां इहदे विच समा जांदियां, क्योंकि ये एक तो शुरू हुंदी है, जीरो तो शुरू हुंदी है। इस करके नैचुरल नंबर होल नंबर दे विच फिट हो जाते हैं। आ तीसरा गोला नैचुरल नंबरस का है। सब तो वड्डा गोला इंटीजर्स का, इंटीजर्स दे विच ही किते फिट हो जाते आ होल नंबर, होल नंबर दे विच ही किते फिट हो जाते हैं की भला? अपने नैचुरल नंबर। मतलब सब तो उपर हुंदे आ संपूर्ण संख्यावां, उन्हां दे विच फिट बह जांदियां होल नंबरस, मतलब पूर्ण संख्यावां, उन्हां दे विच बह जांदे आ इंटीजर्स, जानी कि नैचुरल प्रकृतिक संख्यावां, जानी कि एन। हुण तुहानूं सब नूं समझ आ गई कि होल नंबर अपने आप च उन्हां इंटीजर्स नूं कहा जाता है, पूर्ण संख्यावां उन्हां संपूर्ण संख्यावां नूं कहा जाता है जिन्हां दी शुरुआत ही जीरो तो हुंदी है। प्रकृतिक संख्यावां उन्हां संपूर्ण संख्यावां नूं कहा जाता है जिन्हां दी शुरुआत ही एक तो हुंदी है। मतलब नैचुरल नंबर उन्हां इंटीजर्स नूं कहा जाता है जिन्हां दी शुरुआत ही एक तो हुंदी है। सो लै दे के जो मैं तुहानूं गल दसनी चाहिए वो ये आ कि गौर करियो, आ जिहड़ा मैं जिहड़ा गोला बनाया ना, ये हैगे आ जी इंटीजर्स। इंटीजर्स दे विच जिहड़ा आ गोला बनाया मैं, ये गोला हैगा है जी किहदा भला? इंटीजर्स दे विच होल नंबर, जानी कि संपूर्ण संख्यावां दे विच पूर्ण संख्यावां। आ गोला किहदा बनाया मैं? नैचुरल नंबर, प्रकृतिक संख्यावां दा। ते तुसीं हैरान हो जाओगे कि जदों मैं ये कहा कि आ गोला किहदा बनाया मैं? ऋणात्मक नैगेटिव नंबरस दा। तुसीं इस गल दी गौर करियो, जिहड़ी गल मैं दसनी चाहना हुण तुहानूं इत्थे, जिहड़ी कि बेहद इंपॉर्टेंट आ, कि जिहड़े नैगेटिव नंबरस ने वो इंटीजर्स दे विच ते आ गए, पर वो इन्हां च नहीं फिट होए। इधरले पासे आ जाओ, आ की सीगे भला अपने कोल? ये सीगे इंटीजर्स। मैं इन्हां दे पंजाबी नहीं लिख रहा, पंजाबी तुसीं लिखनी आ। इंटीजर्स की पंजाबी हुंदी आ संपूर्ण संख्यावां, उन्हां दे विच फिट हुंदे आ होल नंबरस, जानी कि होल नंबरस, जानी कि जीरो तो शुरू होने वाले इंटीजर, ठीक है, जिन्होंने आप कहने पूर्ण संख्यावां, उन्हां दे विच फिट हो जाते हैं प्रकृतिक संख्यावां, जिन्होंने आप की कहने नैचुरल नंबरस। उम्मीद करदा कि यह कहानी सारी समझ आ गई होगी, ठीक है। आ सैट भी आ, सानू पता होना चाहिए कि किहड़ी चीज़ कित्थे आ। ये रीजनिंग च जां किसी भी तरह के पेपर च सवाल बन भी सकता है, क्योंकि जे तुसीं कहोगे कि सर इन्ना कुछ तुसीं नोट करने वास्ते कित्थों दिता है, किवें नोट करांगे, आ जाओ आ मैं तुहानूं एक फ़र्क भी दस दिना, ठीक है। एक फ़र्क कि प्रकृतिक ते पूर्ण संख्यावां, मतलब कि नैचुरल नंबरस ते होल नंबरस दे विच की फ़र्क आउंदा है। तो नैचुरल नंबर कुदरती प्रकृतिक संख्यावां वो ने जिहड़ियां एक तो स्टार्ट होंदियां, ते होल नंबर वो ने जिहड़े जीरो तो स्टार्ट होंदे आ। सारे आउंदे किहदी कैटेगरी च आ? ਉਹਦੇ इंटीजर्स की कैटेगरी च ही आउंदे ने, ठीक है। सो एक गल क्लीयर आ, नैचुरल नंबर जिहड़ियां प्रकृतिक संख्यावां वो नंबर लाइन दे सज्जे हत्थ हुंदे आ। होल नंबर जिहड़े आ वो भी सज्जे हत्थ ही हुंदे आ, क्योंकि खब्बे हत्थ तां नैगेटिव टर्मां हुंदियां,
ਨੈਗੇਟਿਵ ਨੰਬਰ ਤੇ 0 ਜਿਹੜੇ ਆ ਉਹਨਾਂ ਨੂੰ ਪ੍ਰਕਿਰਤਿਕ ਸੰਖਿਆਵਾਂ 'ਚ ਕਾਊਂਟ ਨਹੀਂ ਕੀਤਾ ਜਾਂਦਾ ਕਿਉਂਕਿ ਇਹ 1 ਤੋਂ ਹੀ ਸ਼ੁਰੂ ਹੁੰਦੇ ਆ। ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ 1 ਹੁੰਦੀ ਹੈ, ਪਰ ਹੋਲ ਨੰਬਰਸ ਨੇ ਜਿਹੜੇ ਇਹ ਸ਼ੁਰੂ ਹੁੰਦੇ ਆ ਤੁਹਾਡੇ 0 ਤੋਂ। ਸਭ ਤੋਂ ਛੋਟੀ ਪੂਰਨ ਸੰਖਿਆ 0 ਆ, ਫਿਰ 1, ਫਿਰ 2, ਫਿਰ 3, ਫਿਰ ਅੰਤ। ਵੱਡੀ ਦੀ ਤੇ ਗੱਲ ਹੀ ਨਹੀਂ ਕਰ ਸਕਦੇ ਆਪਾਂ। ਸੋ ਉਮੀਦ ਕਰਦੇ ਹਾਂ ਕਿ ਜੇ ਪੇਪਰ 'ਚ ਆ ਗਿਆ ਹੇਠ ਲਿਖਿਆਂ ਵਿੱਚੋਂ ਛੋਟੀ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਦੱਸੋ, ਵਿਚ ਅਮੰਗ ਦੀ ਫੋਲੋਇੰਗ ਇਜ਼ ਸਮਾਲੈਸਟ ਨੈਚੁਰਲ ਨੰਬਰ, ਤਾਂ 1 ਵਿਚ ਅਮੰਗ ਦੀ ਫੋਲੋਇੰਗ ਇਜ਼ ਸਮਾਲੈਸਟ ਹੋਲ ਨੰਬਰ, ਹੇਠ ਲਿਖਿਆਂ ਵਿੱਚੋਂ ਸਭ ਤੋਂ ਛੋਟੀ ਪੂਰਨ ਸੰਖਿਆ ਦੱਸੋ, ਤਾਂ ਤੁਸੀਂ ਕਹੋਗੇ 0। ਜੇ ਕੋਈ ਕਵੇ ਸਰ ਇੰਟੀਜਰਸ ਦੇ ਬਾਰੇ ਵੀ, ਨੈਚੁਰਲ ਨੰਬਰ ਦੀਆਂ ਐਗਜ਼ਾਮਪਲਸ 13, 22, 290 ਸਾਰੀਆਂ, ਠੀਕ ਆ। ਸੋ ਨੈਚੁਰਲ ਨੰਬਰ ਦੀਆਂ ਹੋ ਗਈਆਂ, ਗਲਤੀ ਨਾਲ ਇੱਧਰ ਆਪਾਂ ਨੂੰ ਉਹਦੀਆਂ ਲਿਖਣੀਆਂ ਸੀਗੀਆਂ ਹੋਲ ਨੰਬਰ ਦੀਆਂ। ਇਹਦੀ ਐਗਜ਼ਾਮਪਲ 'ਚ ਇੱਕ ਚੀਜ਼ ਹੋਰ ਐਡ ਕਰ ਲਓਗੇ ਨਾਲ, 0, ਠੀਕ ਆ। ਸੌਰੀ, ਜੇ ਇੱਧਰ ਨੈਚੁਰਲ ਨੰਬਰਸ ਵਾਸਤੇ n ਇਹ ਹੋਲ ਦੀ ਉੱਧਰ ਦੇਣੀ ਸੀ ਐਗਜ਼ਾਮਪਲ, ਤੇ ਹੋਲ ਨੰਬਰ ਵਾਸਤੇ ਅਸੀਂ ਕੀ ਵਰਤਦੇ ਹਾਂ ਜੀ, w, ਠੀਕ ਆ। ਨੈਚੁਰਲ ਨੰਬਰਸ ਦੀ ਸ਼ੁਰੂਆਤ 1 ਤੋਂ ਹੁੰਦੀ ਆ, ਹੋਲ ਨੰਬਰ ਦੀ ਸ਼ੁਰੂਆਤ 0 ਤੋਂ ਹੁੰਦੀ ਆ। ਇੱਕ ਗੱਲ ਯਾਦ ਰੱਖਿਓ, ਅਸੀਂ ਕਹਿ ਸਕਦੇ ਹਾਂ ਕਿ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹੁੰਦੀਆਂ ਹੈ, ਮਤਲਬ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹੁੰਦੀਆਂ ਹੈ। ਬਾਹਰ ਵਾਲੀ ਪੂਰਨ ਸੰਖਿਆ ਹੈ, ਅੰਦਰ ਇਹਦੇ ਕੀ ਆ, ਨੈਚੁਰਲ ਨੰਬਰ। ਪਰ ਸਾਰੀਆਂ ਪੂਰਨ ਸੰਖਿਆਵਾਂ ਨੈਚੁਰਲ ਨਹੀਂ ਹੁੰਦੀਆਂ। ਐਗਜ਼ਾਮਪਲ 0 ਇੱਕ ਪੂਰਨ ਸੰਖਿਆ ਤਾਂ ਹੈਗੀ ਆ, ਪਰ ਇੱਕ ਕੁਦਰਤੀ ਪ੍ਰਕਿਰਤਿਕ ਸੰਖਿਆ ਨਹੀਂ ਗੀ। ਇਹਨਾਂ ਚੀਜ਼ਾਂ ਨੂੰ ਸਮਝਾਉਂਦੇ ਹੀ ਮੈਂ ਤੁਹਾਨੂੰ ਇੱਥੋਂ ਤੱਕ ਲੈ ਕੇ ਆਇਆ। ਸੋ ਆਹ ਚੀਜ਼ ਸਾਨੂੰ ਸਭ ਤੋਂ ਮੇਨ ਗੱਲ ਚੰਗੀ ਤਰ੍ਹਾਂ ਸਮਝ ਆ ਗਈ, ਜੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸੀ। ਥੋੜ੍ਹੀਆਂ ਜਿਹੀਆਂ ਮੈਂ ਤੁਹਾਨੂੰ ਇਹਦੇ ਬੇਸ 'ਤੇ ਐਗਜ਼ਾਮਪਲਾਂ ਸਮਝਾ ਦਾਂ। ਹੇਠ ਲਿਖਿਆਂ ਦੇ ਵਿੱਚੋਂ ਪੂਰਨ ਸੰਖਿਆਵਾਂ ਦੀ ਪਹਿਚਾਣ ਕਰੋ। 13 ਵੀ ਇੱਕ ਪੂਰਨ ਸੰਖਿਆ ਹੈ, ਸਹੀ ਆ। 0 ਵੀ ਆ, 5 ਵੀ ਆ, 89 ਵੀ ਆ ਵੀ ਆ। ਨਾ ਤਾਂ -4 ਆ, ਨਾ -3 ਆ, ਕਿਉਂਕਿ ਪੂਰਨ ਸੰਖਿਆ ਹੋਣ ਦੀ ਸ਼ਰਤ ਇਹ ਆ ਕਿ ਜਾਂ ਤਾਂ ਤੁਸੀਂ 0 ਹੋਵੋ ਜਾਂ ਕੋਈ ਪਲੱਸ ਵਾਲਾ ਨੰਬਰ ਹੋਵੋ। ਕਰਤਾ ਜੀ ਆਨਸਰ। ਅੱਗੇ ਕਹਿੰਦੇ ਇਹਨਾਂ ਦੇ ਵਿੱਚੋਂ ਪੂਰਨ ਸੰਖਿਆਵਾਂ ਪਛਾਣੋ ਕਿਹੜੀਆਂ। 4 ਵੀ ਆ, 14/5 ਨਹੀਂ, ਬਟਿਆਂ ਵਾਲੀ ਨਹੀਂ ਹੋ ਸਕਦੀ। 0 ਵੀ ਆ, 0 ਨਹੀਂ ਹੋ ਸਕਦੀ। 2 ਵੀ ਆ, ਨੈਗੇਟਿਵ ਵਾਲੀ ਨਹੀਂ ਹੋ ਸਕਦੀ। -17 ਨਹੀਂ ਹੋ ਸਕਦੀ, 21 ਹੈਗੀ ਆ। ਸੋ ਕਿਵੇਂ ਅਸੀਂ ਪੇਪਰ 'ਚ ਇਹਨਾਂ ਸਵਾਲਾਂ ਨੂੰ ਪਹਿਚਾਨਣਾ ਹੈ ਤੇ ਕਰਨਾ ਹੈ। ਇਹਨਾਂ ਦੇ ਵਿੱਚੋਂ ਨੈਚੁਰਲ ਨੰਬਰ ਪ੍ਰਕਿਰਤਿਕ ਸੰਖਿਆਵਾਂ ਪਹਿਚਾਨੋ। 41 ਵੀ ਆ, 0.4 ਨਹੀਂ ਹੋ ਸਕਦੀ ਕਿਉਂਕਿ ਦਸ਼ਮਲਵ ਵਾਲੀ ਆ। 5 ਆ, 90 ਆ, -91 ਆ, ਮਾਈਨਸ ਇਹਦਾ ਉੱਧਰ ਪਿਆ ਹੋਇਆ, ਨਹੀਂ ਹੋ ਸਕਦੀ। 0 ਹੋ ਸਕਦੀ ਆ, 0 ਵੀ ਨਹੀਂ ਹੋ ਸਕਦੀ। ਸੌਰੀ, ਨੈਚੁਰਲ ਨੰਬਰ 1 ਤੋਂ ਸ਼ੁਰੂ ਹੁੰਦੇ ਆ, ਪ੍ਰਕਿਰਤਿਕ ਸੰਖਿਆਵਾਂ 1 ਤੋਂ ਸਟਾਰਟ ਹੁੰਦੀਆਂ। ਸੋ ਇਹ ਵੀ ਆਪਾਂ ਕਰ ਲਿਆ। ਸੋ ਆਹ ਲਓ ਜੀ, ਜੇ ਕੋਈ ਮੈਨੂੰ ਕਵੇ ਕਿ ਜੀ ਸਰ ਤੁਸੀਂ ਇੱਕ ਟੇਬਲ ਬਣਾ ਦਿਓ, ਆ ਬਣਾਤਾ ਤੁਹਾਡੇ ਸਾਹਮਣੇ, ਕਿ ਹੋਲ ਨੰਬਰਸ ਦੇ ਵਿੱਚ ਨੈਚੁਰਲ ਨੰਬਰ ਫਿੱਟ ਹੋ ਜਾਂਦੇ ਆ, 0 ਬਾਹਰ ਰਹਿ ਜਾਂਦੀ ਹੈ। ਇਹਦਾ ਮਤਲਬ ਸਾਰੇ ਦੇ ਸਾਰੇ ਨੈਚੁਰਲ ਨੰਬਰ ਹੋਲ ਹੋਣਗੇ, ਪਰ ਸਾਰੇ ਦੇ ਸਾਰੇ ਹੋਲ ਨੰਬਰ ਨੈਚੁਰਲ ਨਹੀਂ ਹੋ ਸਕਦੇ। ਇਹ ਕਿਉਂਕਿ 0 ਬਾਹਰ ਰਹਿ ਜਾਂਦੀ ਹੈ। ਪੰਜਾਬੀ 'ਚ ਕਰਨ ਵਾਲੇ ਉਹਨੂੰ ਪਤਾ ਹੈ ਕਿ ਹੋਲ ਨੰਬਰਸ ਨੂੰ ਪੂਰਨ ਸੰਖਿਆਵਾਂ ਕਹਿੰਦੇ ਆ ਅਤੇ ਨੈਚੁਰਲ ਨੰਬਰ ਨੂੰ ਪ੍ਰਕਿਰਤਿਕ ਸੰਖਿਆਵਾਂ ਕਹਿੰਦੇ ਆ। ਸੋ ਆਹ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ। ਲੈਕਚਰ ਦੇ ਇੱਕ ਹਿੱਸੇ 'ਚ ਅਸੀਂ ਇਹ ਕੁਛ ਕੀਤਾ ਅਤੇ ਅਸੀਂ ਇਹਦੇ ਨਾਲ ਸੰਬੰਧਿਤ ਐਗਜ਼ਾਮਪਲਾਂ ਕੀਤੀਆਂ। ਲੈਕਚਰ ਦੇ ਦੂਜੇ ਹਿੱਸੇ 'ਚ ਅਸੀਂ ਕੁਛ ਐਗਜ਼ਾਮਪਲਸ, ਕੁਛ ਕੈਲਕੂਲੇਸ਼ਨਸ ਕਰਾਂਗੇ, ਪਰ ਕੈਲਕੂਲੇਸ਼ਨਸ ਨੂੰ ਕਰਨ ਤੋਂ ਪਹਿਲਾਂ ਅਸੀਂ ਬੇਸਿਕ ਮੈਥ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਠੀਕ ਆ। ਅਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਹੁਣ ਵੀ ਵੱਧ ਤੋਂ ਵੱਧ ਤੁਸੀਂ ਸਾਡੀ ਪਟਿਆਲਾ ਕਲਾਸਿਸ ਦੀ ਐਪ, ਪਟਿਆਲਾ ਕਲਾਸਿਸ ਇਸ ਤਰੀਕੇ ਨਾਲ ਲਿਖ ਕੇ ਐਂਡਰੋਇਡ 'ਤੇ ਸਰਚ ਕਰੋ ਅਤੇ ਡਾਊਨਲੋਡ ਕਰੋ ਪਟਿਆਲਾ ਕਲਾਸਿਸ ਐਪ। ਅਤੇ ਜੇ ਤੁਸੀਂ ਪਟਿਆਲਾ ਕਲਾਸਿਸ ਐਪ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ 7708800072 ਕਿਹੜੇ ਕੋਰਸਿਸ ਨੂੰ ਅਸੀਂ ਟਾਰਗੇਟ ਕਰ ਰਹੇ ਹਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ। ਪੰਜਾਬ ਪੁਲਿਸ ਦਾ ਹੈੱਡ ਕਾਂਸਟੇਬਲ ਦਾ ਪ੍ਰਮੋਸ਼ਨ ਦਾ ਪੇਪਰ, ਪੰਜਾਬ ਪੁਲਿਸ ਦਾ ਸਿੰਪਲ ਕਾਂਸਟੇਬਲ ਦਾ ਪੇਪਰ ਅਤੇ ਪੰਜਾਬ ਦੇ PSSB ਦੇ ਪੇਪਰ, ਜੋ ਸਿਰਫ ਪੰਜਾਬੀ ਮਾਧਿਅਮ 'ਚ ਕਰਨਾ ਚਾਹੁੰਦੇ ਆ ਤਿਆਰੀ। ਸਿਰਫ ਪੰਜਾਬੀ ਮਾਧਿਅਮ 'ਚ ਤਿਆਰੀ ਕਰਨ ਵਾਲੇ ਸਾਡੇ ਨਾਲ ਸੰਪਰਕ ਕਰਨ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।